रीडिंग ਦੇ ਕੁਐਸਚਨਸ ਜਿਹੜੇ ਫਰਦਰ ਡਿਸਕਸ ਕਰਦੇ ਹੋ ਵੀ ਕਿਹੜੇ ਟਾਈਪ ਦੇ ਕੁਐਸਚਨ ਕਿਸ ਤਰੀਕੇ ਨਾਲ ਅਟੈਂਪਟ ਕਰਨਾ। ਪਹਿਲਾਂ ਕਰਦੇ ਹਾਂ ਬਲੈਂਕਸ। ਠੀਕ ਹੈ, ਫਿਲ ਇਨ ਦ ਗੈਪਸ ਜਿਹੜੇ ਆਉਂਦੇ ਹੁਣ ਇਹਦੇ ਵਿੱਚ ਤਿੰਨ ਟਾਈਪਸ ਹੁੰਦੀਆਂ। ਫਸਟ ਸਿੰਪਲੀ ਜਿਹੜੇ ਆ 1 on 1 ਬਲੈਂਕਸ ਗਿਵਨ ਹੁੰਦੀ ਹੈ। ਧਿਆਨ ਨਾਲ ਹੋ ਜੀ। ਹੁਣ ਇਹਦੀ ਟਾਈਪ ਹੈ ਸਿੰਪਲੀ ਕੁਐਸਚਨ ਗਿਵਨ ਹੁੰਦੇ ਆ, ਪੈਸੇਜ ਗਿਵਨ ਆ, ਉਹਦੇ ਅੱਗੇ 4-5 ਬਲੈਂਕਸ ਥੱਲੇ ਗਿਵਨ ਹੋਣਗੀਆਂ, ਜਿਵੇਂ ਕਿ ਫਸਟ ਬਲੈਂਕਸ ਹੋ ਗਈ। ਮੈਂ ਇੱਥੇ ਬਾਅਦ ਚ ਢੋ ਲਾਉਣੀ, ਮੈਂ ਕਦੀ ਲੱਤ ਨੂੰ ਪੀੜ ਹੁੰਦੀ, ਕਦੀ ਢੋ ਲਾਉਣੀ, ਕਦੀ ਦਬਣੀ। ਆ ਸੈਕਿੰਡ ਬਲੈਂਕਸ ਹੋ ਗਈ। ਹੁਣ ਇਹ ਬਲੈਂਕਸ ਆ ਜਿਹੜੀਆਂ ਸਭ ਤੋਂ ਮੋਸਟਲੀ ਜਿਹੜੀਆਂ ਸੀਕੁਐਂਸ ਵਾਈਜ਼ ਹੀ ਹੋਣਗੀਆਂ, ਯਾਨੀ ਕਿ ਜੇ ਪਹਿਲੀ ਬਲੈਂਕਸ ਦਾ ਆਨਸਰ ਫਸਟ ਪੈਰਾਗ੍ਰਾਫ 'ਚ ਹੈ, ਸੈਕਿੰਡ ਬਲੈਂਕਸ ਦਾ ਆਨਸਰ ਸੈਕਿੰਡ ਪੈਰਾਗ੍ਰਾਫ 'ਚ ਲੱਗੇਗਾ। ਬਟ ਜੇ ਰੀਡਿੰਗ ਡਿਫਿਕਲਟ ਹੋਵੇ ਤੇ ਹੋ ਸਕਦਾ ਹੈ ਉਹ ਉੱਪਰ ਥੱਲੇ ਵੀ ਹੋਣ, ਜ਼ਰੂਰੀ ਨਹੀਂ ਹੈ ਵੀ ਹਰ ਵਾਰੀ ਇਹ ਸੀਕੁਐਂਸ ਵਾਈਜ਼ ਹੀ ਹੋਣਗੇ। ਠੀਕ ਹੈ, ਇਹਨੂੰ ਕਰਨ ਦਾ ਮੈਥਡ ਹੈ ਸਭ ਤੋਂ ਈਜ਼ੀ। ਪ੍ਰੋਪਰ ਨਾउन ਕੋਈ ਲੱਭ ਲਓ। ਪ੍ਰੋਪਰ ਨਾउन ਮਤਲਬ ਕਿਸੇ ਪਰਸਨ ਦਾ ਕੋਈ ਨੇਮ ਗਿਵਨ ਹੈ, ਕੋਈ ਈਅਰ ਗਿਵਨ ਹੈ, ਕਿਸੇ ਪਲੇਸ ਦਾ ਨੇਮ ਗਿਵਨ ਹੈ। ਠੀਕ ਹੈ, ਇੱਦਾਂ ਦੀ ਚੀਜ਼ ਕੋਈ ਲੱਭ ਲਓ, ਚਾਹੇ ਉਹ ਕੋਈ ਵੀ ਬਲੈਂਕਸ ਹੋਵੇ, ਚਾਹੇ ਫਸਟ ਬਲੈਂਕਸ ਹੈ, ਚਾਹੇ ਸੈਕਿੰਡ ਬਲੈਂਕਸ ਹੈ, ਚਾਹੇ ਥਰਡ ਬਲੈਂਕਸ ਹੈ। ਸਪੋਜ਼ ਹੁਣ ਮੈਨੂੰ ਥਰਡ ਬਲੈਂਕਸ ਹੈ ਇੱਥੇ, ਉਹਦੇ ਵਿੱਚ ਕੁਛ ਮੈਨੂੰ ਈਅਰ ਲੱਭ ਗਿਆ ਇੱਥੇ। ਠੀਕ ਹੈ, ਇਹ ਮੈਨੂੰ ਈਅਰ ਲੱਭ ਗਿਆ ਵਾ, ਅੱਗੇ ਬਲੈਂਕਸ ਆ। ਹੁਣ ਜਦੋਂ ਮੈਂ ਪੈਰਾਗ੍ਰਾਫ ਪੜ੍ਹਦਾ ਪਿਆ, ਜਦੋਂ ਪੈਰਾਗ੍ਰਾਫ ਪੜ੍ਹਦਾ ਪਿਆ, ਪੈਰਾਗ੍ਰਾਫ ਦੇ ਵਿੱਚ ਸਪੋਜ਼ ਥਰਡ ਪੈਰਾਗ੍ਰਾਫ ਦੇ ਵਿੱਚ ਮੈਨੂੰ 1982 ਈਅਰ ਲੱਭ ਗਿਆ। ਹੁਣ ਉਸ ਪੈਰਾਗ੍ਰਾਫ 'ਚ ਮੈਨੂੰ ਇਹਦਾ ਆਨਸਰ ਵੀ ਲੱਭ ਜੂਗਾ ਬਲੈਂਕਸ। ਠੀਕ ਹੈ, ਇਟ ਮੀਨਸ ਥਰਡ ਤੋਂ ਆਉਣ ਵਾਲੀਆਂ ਬਾਅਦ ਫੋਰਥ ਬਲੈਂਕਸ, ਫਿਫਥ ਬਲੈਂਕਸ, ਸਿਕਸਥ ਬਲੈਂਕਸ ਜਿੰਨੀਆਂ ਵੀ ਹੋਣਗੀਆਂ ਉਹ ਆਫਟਰ ਥਰਡ ਪੈਰਾਗ੍ਰਾਫ ਹੋਣਗੀਆਂ, ਤੀਜੇ ਪੈਰਾਗ੍ਰਾਫ ਤੋਂ ਬਾਅਦ ਹੋਣਗੀਆਂ। ਤੇ ਜਿਹੜੀਆਂ ਪਹਿਲੀਆਂ ਦੋ ਬਲੈਂਕਸਿਸ ਰਹਿ ਗਈਆਂ ਫਸਟ ਐਂਡ ਸੈਕਿੰਡ, ਉਹ ਫਸਟ ਟੂ ਪੈਰਾਗ੍ਰਾਫ ਦੇ ਵਿੱਚ ਹੋਣਗੀਆਂ। ਜੇ ਤੁਸੀਂ ਸੀਕੁਐਂਸ ਵਾਈਜ਼ ਚੱਲਦੇ, ਤੁਹਾਡੇ ਕੋਲ ਟਾਈਮ ਸਫੀਸ਼ੀਐਂਟ ਹੈਗਾ ਆ, ਸਟਾਰਟਿੰਗ ਕਰੋ ਪਹਿਲੇ ਪੈਰਾਗ੍ਰਾਫ ਤੋਂ, ਪਹਿਲੀ ਬਲੈਂਕਸ ਤੋਂ ਪੜ੍ਹਨਾ ਸਟਾਰਟ ਕਰੀ ਜਾਓ, ਉਹਨੂੰ ਦੂਜੀ ਬਲੈਂਕਸ ਕਰੋ ਸਟਾਰਟ ਕਰ ਦਿਓ। ਬਟ ਇਨ ਕੇਸ ਜੇ ਤੁਹਾਡੇ ਕੋਲ ਟਾਈਮ ਥੋੜਾ ਆ, ਠੀਕ ਹੈ, ਤੁਸੀਂ ਕਾਫੀ ਕੁਐਸਚਨ ਕਰਨ ਵਾਲੇ ਰਹਿੰਦੇ ਆ, ਸਿੱਧਾ ਅੱਜ ਤੋਂ ਸਟਾਰਟ ਕਰੋ। ਕੋਈ ਪ੍ਰੋਪਰ ਨਾਮ ਲੱਭੋ, ਕਿਸੇ ਪਰਸਨ ਦਾ ਨਾਮ ਲੱਭੋ, ਕਿਸੇ ਸਾਇੰਟਿਸਟ ਦਾ ਨਾਮ ਗਿਵਨ ਆ, ਕੋਈ ਈਅਰ ਗਿਵਨ ਆ, ਕਿਸੇ ਪਲੇਸ ਦਾ ਨਾਮ ਗਿਵਨ ਆ, ਕੋਈ ਥਿੰਗ ਗਿਵਨ ਆ। ਠੀਕ ਹੈ, ਕੋਈ ਮੰਥ ਆਫ ਦੀ ਮੰਥ ਗਿਵਨ ਆ, ਤੇ ਉਹਦਾ ਨੇਮ ਲੱਭ ਕੇ ਤੁਸੀਂ ਸਿੱਧਾ ਉਹ ਵਾਲਾ ਪੈਰਾਗ੍ਰਾਫ ਲੱਭਣਾ। ਹੁਣ ਈਅਰ ਸਭ ਤੋਂ ਈਜ਼ੀਲੀ ਸਪੋਰਟ ਹੋ ਜਾਂਦਾ, ਉਹ ਲੱਭ ਕੇ ਉਹ ਬਲੈਂਕ ਸੋਲਵ ਕਰ ਲੈਣੀ ਆ। ਤੇ ਜਿਹੜੀਆਂ ਸਭ ਤੋਂ ਪਹਿਲਾਂ ਫਿਰ ਉੱਪਰ ਵਾਲੀਆਂ ਦੋ ਆ, ਥਰਡ ਕਰਨ ਤੋਂ ਬਾਅਦ ਪਹਿਲੀਆਂ ਦੋ ਕਰਨੀਆਂ, ਕਿਉਂਕਿ ਇਹਨਾਂ ਦਾ ਤਾਂ ਪਤਾ ਹੀ ਹੋਊਗਾ ਵੀ ਫਸਟ ਟੂ ਪੈਰਾਗ੍ਰਾਫ ਵਿੱਚ ਆਨਸਰ ਹੋਊਗਾ। ਬਟ ਥਰਡ ਤੋਂ ਬਾਅਦ ਹੋ ਸਕਦਾ 4 ਪੈਰਾਗ੍ਰਾਫ 5 ਪੈਰਾਗ੍ਰਾਫ ਹੋਣ, ਤੇ ਫਿਰ ਉਹ ਸਾਰਾ ਪੈਸੇਜ ਪੜ੍ਹਨਾ ਹੀ ਪੈਣਾ। ਸੋ ਪਹਿਲੀਆਂ ਦੋ ਜ਼ਰੂਰ ਕਰ ਲਓ। ਫਿਰ ਇੱਕ ਬਲੈਂਕਸਿਸ ਆਉਂਦੀਆਂ ਆਪਸ਼ਨ ਵਾਲੀਆਂ।
ਹੁਣ ਆਪਸ਼ਨਸ ਵਾਲੀਆਂ ਗਿਵਨ ਹੈ ਬਲੈਂਕਸ ਇੱਥੇ instruction given ਹੈ look at the words in the table ਆ given ਹੈ ਆ ਸਾਰੇ words given ਹੈ and decide which word will fit in the reading gap till summary type the word into the gap when you have completed it you can click below to reveal your answers and check your answers ਹੁਣ ਆ ਆਪਸ਼ਨਸ given ਹੈ predicted rose incident passenger found assault passengers increased hope occurring established ठीक है ਹੁਣ ਥੱਲੇ ਬਲੈਂਕਸ ਗਿਵਨ ਹੋਣਗੇ ਇਸ ਕੇਸ ਦੇ ਵਿੱਚ ਹੁਣ ਕੀ ਹੁੰਦਾ ਆਪਸ਼ਨਸ ਨੂੰ ਧਿਆਨ ਦੇ ਨਾਲ ਪੜ੍ਹਨਾ ਆਪਾਂ ਕਈ ਵਾਰੀ ਆਪਸ਼ਨ ਗਿਵਨ ਹੁੰਦੇ ਆ ਇਸ ਤਰੀਕੇ ਦੇ ਦੋਵੇਂ ਆਪਸ਼ਨ ਗਿਵਨ ਹੈ ਬੈਨੀਫੀਸ਼ੀਅਲ ਤੇ ਬੈਨੀਫਿਟ ਦੋਵੇਂ larger ਤੇ big past passing ਹੁਣ ਦੋਵੇਂ ਆਪਸ਼ਨ ਸੇਮ ਆ ਸਪੋਜ਼ ਮੈਨੂੰ ਕੋਈ ਬਲੈਂਕਸ ਗਿਵਨ ਆ ਜਿਹਦਾ ਆਨਸਰ ਪੈਸੇ ਦੇ ਵਿੱਚ ਵਰਡ ਲਿਖਿਆ ਹੋਇਆ ਉਹ ਬੈਨੀਫਿਟ ਬਟ ਜਦੋਂ ਆਪਾਂ ਸੋਲਵ ਕਰਦੇ ਪਏ ਆ ਉੱਥੇ ਬੈਨੀਫਿਟ ਆਨਸਰ ਰੋਂਗ ਹੋ ਜਾਂਦਾ ਆ ਗਲਤ ਹੋ ਜਾਂਦਾ ਰੀਜ਼ਨ ਇਸ ਕਿ ਉਹਦੇ ਸੈਂਟੈਂਸ ਦੀ ਫਾਰਮੇਸ਼ਨ ਇਸ ਤਰੀਕੇ ਦੀ ਹੁੰਦੀ ਹੈ ਵੀ ਉੱਥੇ ਆਨਸਰ ਬੈਨੀਫਿਟ ਦੀ ਜਗ੍ਹਾ ਤੇ ਬੈਨੀਫੀਸ਼ੀਅਲ ਫਿਟ ਹੋਣਾ ਯਾਨੀ ਕਿ ਜਦੋਂ ਆਪਾਂ ਆਨਸਰਸ ਇਦਾਂ ਦੇ ਲਾਉਣੇ ਆ ਆਪਸ਼ਨਸ ਵਾਲੇ ਸਭ ਤੋਂ ਪਹਿਲਾਂ ਧਿਆਨ ਰੱਖਣਾ ਵੀ ਇਹਨਾਂ ਦੀ ਗ੍ਰਾਮਰ ਹੁਣ ਆ ਪੈਸੇ ਵਾਲਾ ਦੇਖਦੇ ਆ ਆ ਪੈਸੇ ਦੀ ਇਨਫੋਰਮੇਸ਼ਨ ਹੈ ਆ ਪੈਸੇ ਗਿਵਨ ਹੈ क्वेश्चन स्टेटमेंट है ਹੁਣ ਆਪਸ਼ਨਸ ਤੁਹਾਨੂੰ ਆ ਦੋਵੇਂ ਗਿਵਨ ਹੈ ਬੈਨੀਫਿਟ ਤੇ ਬੈਨੀਫੀਸ਼ੀਅਲ ਕੀ ਇੱਥੇ ਆਨਸਰ ਆਊਗਾ ਆਨਸਰ ਕੀ ਆਊਗਾ ਇੱਥੇ ਬੋਲ ਸਕਦੇ ਹੋ ਤੁਸੀਂ ਆ ਪੈਸੇ ਦੇ ਵਿੱਚ ਇਨਫੋਰਮੇਸ਼ਨ ਗਿਵਨ ਹੈ ਆ ਕੁਐਸਚਨ ਗਿਵਨ ਹੈ ਤੇ ਦੋ ਆਪਸ਼ਨ ਜਿਹੜੇ ਆ ਵਾਲੇ ਗਿਵਨ ਹੈ ਸਾਨੂੰ ਆ ਦੋ ਆਪਸ਼ਨਸ ਗਿਵਨ ਹੈ ਇਹਦੇ ਵਿੱਚ ਇੱਥੇ ਆਨਸਰ ਕੀ ਆਊਗਾ ਬੈਨੀਫੀਸ਼ੀਅਲ ਹਾਂਜੀ ਹੁਣ ਭਾਵੇਂ ਪੈਸੇ 'ਚ ਜਿਹੜਾ ਐਗਜ਼ੈਕਟ ਵਰਡ ਗਿਵਨ ਹੈ ਬੈਨੀਫਿਟਸ ਠੀਕ ਹੈ ਆਪਾਂ ਬਿਨਾਂ ਪੜ੍ਹੇ ਸਾਰੇ ਬੈਨੀਫਿਟ ਆਨਸਰ ਲਗਾ ਦਿੰਦੇ ਹਾਂ ਬਟ ਆਪਾਂ ਜਦੋਂ ਆਨਸਰ ਲਿਖਣਾ ਆ ਉਹਦੀ ਗ੍ਰਾਮਰ ਜ਼ਰੂਰ ਚੈੱਕ ਕਰ ਲੈਣੀ ਠੀਕ ਹੈ ਇਹਦਾ ਆਨਸਰ ਬੈਨੀਫੀਸ਼ੀਅਲ ਦਾ ਹੈ ਇਸੇ ਤਰੀਕੇ ਦੇ ਨਾਲ ਪਾਸਟ ਐਂਡ ਪ੍ਰੈਜ਼ੈਂਟ ਫਾਰਮ ਚ ਪਾਸਟ ਦੀ ਆ ਪ੍ਰੈਜ਼ੈਂਟ ਚੱਲਦਾ ਪਿਆ ਵਾ ਜਾਂ ਫਿਰ ਫਿਊਚਰ ਦੀ ਫਾਰਮ ਆਉਣੀ ਆ ਆਪਸ਼ਨ ਵਾਲੀਆਂ ਬਲੈਂਕ ਤੋਂ ਜਦੋਂ ਵੀ ਆਪਸ਼ਨ ਵਾਲੀਆਂ ਬਲੈਂਕਸ ਜਦੋਂ ਵੀ ਆਪਸ਼ਨਸ ਵਾਲੀਆਂ ਬਲੈਂਕਸ ਆਉਂਦੀਆਂ ਆ ਪੂਰਾ ਆਪਸ਼ਨ ਬਿਨਾ ਪੂਰੇ ਸਾਰੇ ਦੇ ਸਾਰੇ ਆਪਸ਼ਨਸ ਪੜ੍ਹੇ ਬਿਨਾ ਜਿਹੜਾ ਤੁਸੀਂ ਇਹਦਾ ਆਨਸਰ ਨਹੀਂ ਲਗਾਉਣਾ
ਸਰ ਜਿਹੜੇ ਆਪਸ਼ਨ ਵਾਲੇ ਹੁੰਦੇ ਆ ਉਹਦੇ ਸਿਨੋਨਿਮ ਵੀ ਹੁੰਦੇ ਆ ਕਿ ਨਹੀਂ, ਸਿਨੋਨਿਮ ਯੂਜ਼ ਕਈ ਥਾਵਾਂ ਹਾਂਜੀ ਤੇ ਹੁੰਦੇ ਆ? ਸਿਨੋਨਿਮ ਵੀ ਫਿੱਟ ਕੀਤੇ ਜਾ ਸਕਦੇ। ਹੁਣ ਜਿੱਦਾਂ ਲਾਰਜਰ ਤੇ ਬਿਗ ਆ, ਹਾਂਜੀ ਇਹ ਸਿਨੋਨਿਮ ਫਿੱਟ ਹੋ ਸਕਦੇ ਆ। ਬੈਨੀਫਿਟ ਤੇ ਬੈਨੀਫੀਸ਼ੀਅਲ ਹੈ, ਫਾਰਮ ਚੇਂਜ ਕੀਤੀ ਹੋਈ ਆ ਇਹਨਾਂ ਫਾਰਮ। ਤੇ ਆ ਜਿਹੜੇ ਆ ਪਾਸਟ ਪਾਸਿੰਗ ਆ, ਇਹ ਵੀ ਫਾਰਮ ਚੇਂਜ ਕੀਤੀ ਹੋਈ ਆ। ਠੀਕ ਹੈ, ਉਹ ਵੀ ਐਗਜ਼ਾਮਪਲ ਦੇਖ ਲੈਂਦੇ ਆ ਇੱਕ। ਆ ਗਿਵਨ ਆ ਪੈਸੇਜ। ਆਪਸ਼ਨਸ ਗਿਵਨ ਆ ਟਰੂ ਤੇ ਫਾਲਸ। ਹੁਣ ਇੱਥੇ ਆਨਸਰ ਕੀ ਆ ਸਕਦਾ? ਫਾਲਸ। ਆਨਸਰ ਇਹਦਾ ਹੋਊਗਾ ਇੱਥੇ ਫਾਲਸ। ਰੀਜ਼ਨ ਇਜ਼ ਕਿ ਉਹਦਾ ਐਂਟੋਨੀਅਮ ਗਿਵਨ ਹੈ। ਠੀਕ ਹੈ, not true same thing is like false, ਇਹ ਸਿਨੋਨਿਮ ਹੋ ਗਿਆ। ਬਟ ਜੇ ਆਪਾਂ ਕੱਲਾ true ਦੇਖਾਂਗੇ, true ਦਾ ਐਂਟੋਨੀਅਮ ਗਿਵਨ ਹੈ false। ਹੁਣ ਜਦੋਂ ਆਪਾਂ not ਦੇ ਉੱਪਰ ਫੋਕਸ ਨਾ ਕੀਤਾ ਤੇ ਆਪਾਂ ਇੱਥੇ ਸਿੰਪਲੀ ਆਨਸਰ ਕੀਵਰਡਸ ਲੱਭ ਕੇ ਜਿਹੜੇ ਸਟੂਡੈਂਟਸ ਕਰਦੇ ਉਹਨਾਂ ਦੇ ਲਈ ਆ। ਜੇ ਤੁਸੀਂ ਇੱਥੋਂ ਪੜ੍ਹਦੇ ਅਮਰੀਕਨ ਸਟੋਰੀ ਟਰੂ, ਇੱਥੇ ਅਮਰੀਕਨ ਸਟੋਰੀ ਪੜ੍ਹਿਆ ਤੇ ਟਰੂ ਆਨਸਰ ਇੱਥੇ ਫਿੱਟ ਕਰਤਾ, ਉਹ ਗਲਤ ਹੋ ਜੂ। ਠੀਕ ਹੈ, ਸਿਨੋਨਿਮਸ ਵੀ ਐਡ ਕਰ ਸਕਦੇ ਇਹੀ ਆ। ਹੁੰਦਾ ਗਲਤੀ। ਹਾਂਜੀ ਮੈਂ ਕਿਹਾ ਇਹੀ ਗਲਤੀ ਮਤਲਬ ਮੈਂ ਵੀ ਕਰਦੀ ਰਹੀ ਹਾਂ, ਇਹੀ ਗਲਤੀ। ਸਿਨੋਨਿਮਸ ਵੀ ਐਡ ਹੋ ਸਕਦੇ ਆ। ਹੁਣ ਇੱਥੇ ਲਿਖ ਦਿੰਨੇ ਆਪਾਂ ਥੱਲੇ ਕਿੱਦਾਂ ਕਿੱਦਾਂ ਆ ਸਕਦੇ ਆ। ਸਭ ਤੋਂ ਪਹਿਲਾਂ ਫਾਰਮ ਚੇਂਜ ਕੀਤੀ ਹੁੰਦੀ ਹੈ। ਠੀਕ ਹੈ, ਪਾਸਿੰਗ ਨੂੰ ਪਾਸਟ ਕਰਤਾ ਹੋਊਗਾ, ਬੈਨੀਫਿਟ ਨੂੰ ਬੈਨੀਫੀਸ਼ੀਅਲ ਕਰਤਾ ਹੋਊਗਾ, ਫਿਰ ਸਿਨੋਨਿਮਸ ਵੀ ਆ ਜਾਂਦੇ। ਉਸ ਤੋਂ ਬਾਅਦ ਐਂਟੋਨੀਮਸ ਵੀ ਆ ਜਾਂਦੇ ਇਸ ਤਰੀਕੇ ਦੇ ਨਾਲ। ਫਿਰ ਆਈਐਨਜੀ ਵਾਲੀ ਫਾਰਮ ਵੀ ਐਡ ਆਨ ਹੋ ਜਾਂਦੀ ਆ। ਉਸ ਤੋਂ ਬਾਅਦ ਗ੍ਰਾਮਰ ਵੀ ਚੇਂਜ ਕਰ ਦਿੰਦੇ। ਆਪਸ਼ਨ ਵਾਲੀਆਂ ਜਿਹੜੀਆਂ ਬਲੈਂਕਸ ਆਉਣਗੀਆਂ ਉਹਦੇ ਵਿੱਚ ਇਹ ਧਿਆਨ ਰੱਖਣਾ ਖਾਸ ਕਰਕੇ। ਹੁਣ ਨੈਕਸਟ ਬਲੈਂਕਸ ਜਿਹੜੀਆਂ ਆਉਂਦੀਆਂ ਸਮਰੀ ਜਾਂ ਪ੍ਰੋਸੈਸ ਕੰਪਲੀਸ਼ਨ, ਜਿਹਨੂੰ ਆਪਾਂ ਕਹਿ ਦਿੰਦੇ ਵੀ ਇੱਕ ਫਲੋ ਚਾਰਟ ਟਾਈਪ ਹੁੰਦੇ ਆ। ਉਹ ਸੀਕੁਐਂਸ ਵਾਈਜ਼ ਸਾਰਾ ਪ੍ਰੋਸੈਸ ਚੱਲਦਾ ਹੈ। ਐਕਸਕਿਊਜ਼ ਮੀ ਸਰ, ਹਾਂਜੀ ਮੈਮ। ਜਿਹੜੀ ਸਿੰਪਲ ਬਲੈਂਕਸ ਹੁੰਦੀਆਂ ਹਨਾ, ਕਈ ਵਾਰ ਤੇ ਜਿਹੜਾ ਫਸਟ ਵਰਡ ਤੇ ਬਲੈਂਕਸ ਤੋਂ ਜਿਹੜਾ ਫਸਟ ਵਾਲਾ ਵਰਡ ਹੈ ਤੇ ਬਲੈਂਕਸ ਤੋਂ ਲਾਸਟ ਵਾਲਾ ਵਰਡ ਕਿਤੇ ਮੈਚ ਕਰ ਜੇ ਤੇ ਉਹ ਠੀਕ ਹੋ ਜਾਂਦਾ ਵਾ, ਤੇ ਕਈ ਵਾਰ ਬਿਲਕੁਲ ਉਹਦੇ ਉਲਟ ਹੋ ਜਾਂਦਾ ਵਾ, ਉਹ ਕਿਉਂ? ਕੁਐਸਚਨ ਨਹੀਂ ਸਮਝ ਲੱਗੀ ਮੈਮ ਤੁਹਾਡੀ। ਫਸਟ ਵਰਡ ਲਾਸਟ ਵਰਡ ਜਿੱਦਾਂ ਕਈ ਵਾਰ ਬਲੈਂਕਸ ਮੈਂ ਇਦਾਂ ਮਤਲਬ ਸੋਲਵ ਹੋ ਜਾਂਦੀਆਂ ਕਿ ਜਿੱਦਾਂ ਪਹਿਲਾਂ ਵੀ ਸਟੇਟਮੈਂਟ ਲਿਖੀ ਆ, ਫਿਰ ਬਲੈਂਕਸ, ਫਿਰ ਸਟੇਟਮੈਂਟ ਲਿਖੀ ਆ, ਹਨਾ। ਤੇ ਕਈ ਵਾਰ ਇਦਾਂ ਹੋ ਜਾਂਦਾ ਕਿ ਜਿਹੜਾ ਫਸਟ ਮਤਲਬ ਵਰਡ ਬਣਾ ਜਿੱਥੇ ਬਲੈਂਕ ਸ਼ੁਰੂ ਹੋਈ ਆ, ਉਹ ਵਾਲਾ ਵਰਡ ਵਿੱਚ ਅਗਲਾ ਵਾਸਤੇ ਮੈਚ ਜਦੋਂ ਹੋ ਜਾਂਦਾ ਨਾ, ਮਤਲਬ ਉਹ ਵਰਡ ਪ੍ਰੋਪਰ ਉੱਥੇ ਆ ਜਾਂਦਾ, ਮਤਲਬ ਉਹ ਸਹੀ ਹੋ ਜਾਂਦਾ ਵਾ, ਹਨਾ।
ਜੇ ਆਪਾਂ ਲਾਸਟ ਵਾਲਾ ਤੇ ਪਹਿਲਾ ਵਰਡ ਵੇਖਦੇ ਆ ਤੇ ਕਈ ਵਾਰ ਉਹ ਗਲਤ ਹੋ ਜਾਂਦਾ, ਉਹਦੇ ਬਿਲਕੁਲ ਆਪੋਜ਼ਿਟ ਹੋ ਜਾਂਦਾ ਵਾ। ਜਿੱਦਾਂ ਮੰਨ ਲਓ ਟੂ ਦ ਏਦਾਂ ਕੁਝ ਵਰਡ ਆਇਆ ਅੱਗੇ ਹਨਾ, ਜਿੱਦਾਂ ਟੂ ਦ ਦਿੱਲੀ ਏਦਾਂ ਲਿਖਿਆ ਨਾ, ਤੇ ਟੂ ਦ ਦੇ ਕਈ ਵਾਰ ਦ ਦਿੱਲੀ ਜਿਹੜਾ ਉਹ ਠੀਕ ਹੋ ਜਾਂਦਾ ਵਾ, ਤੇ ਕਈ ਵਾਰ ਦ ਇਹ ਆਪਾਂ ਦ ਵਰਡ ਯੂਜ਼ ਕਰਕੇ ਜਾਂ ਟੂ ਵਰਡ ਵੇਖ ਕੇ ਆਪਾਂ ਲਾਉਨੇ ਉਹ ਗਲਤ ਹੋ ਜਾਂਦਾ। ਇਸ ਕਰਕੇ ਵੀ ਹਰ ਵਾਰੀ ਜਿਹੜੀ ਆ ਉੱਥੇ ਫਾਰਮ ਨਹੀਂ ਗਿਵਨ ਹੁੰਦੀ, ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਇੱਥੇ ਮੈਂ ਐਗਜ਼ਾਮਪਲ ਦੇ ਦਿੰਦਾ। ਹਾਂਜੀ ਪੈਸੇਜ ਚ ਗਿਵਨ ਆ ਆ ਸਟੇਟਮੈਂਟ ਗਿਵਨ ਹੈ, ਹੀ ਇਜ਼ ਮੂਵਿੰਗ ਟੂ ਦਿੱਲੀ ਆਫਟਰ ਰੀਚਿੰਗ ਮੁੰਬਈ। ਹੁਣ ਕੁਐਸਚਨ ਇਹਦੇ ਦੋ ਬਣ ਸਕਦੇ ਆ। ਇੱਥੇ ਜਦੋਂ ਆਊਗਾ ਹੀ ਇਜ਼ ਮੂਵਿੰਗ ਟੂ, ਇੱਥੇ ਤੇ ਆ ਜਾਏਗਾ ਆਨਸਰ ਦਿੱਲੀ ਦਾ। ਠੀਕ ਹੈ, ਜਦੋਂ ਕੁਐਸਚਨ ਮੇਰੇ ਕੋਲ ਆ ਗਿਆ ਇੱਥੇ ਆ ਰਿਹਾ ਕੁਐਸਚਨ ਹੀ ਇਜ਼ ਮੂਵਿੰਗ ਫਸਟ ਟੂ। ਹੁਣ ਇੱਥੇ ਫਸਟ ਵਰਡ ਜਿਹੜਾ ਵਿੱਚ ਇੱਕ ਐਡ ਆਨ ਹੋ ਗਿਆ, ਮੁੰਬਈ ਮਤਲਬ ਪਹਿਲਾਂ ਕਿੱਥੇ ਜਾ ਰਿਹਾ। ਮੈਂ ਜੇ ਇੱਥੇ ਇਹਦੀ ਸੈਂਸ ਸਮਝਦਾ ਪਿਆ ਵੀ ਪਹਿਲਾਂ ਕਿੱਥੇ ਜਾ ਰਿਹਾ, ਦੈਨ ਮੇਰਾ ਇੱਥੇ ਆਨਸਰ ਕਲੀਅਰ ਹੋਊਗਾ, ਮੈਨੂੰ ਪਤਾ ਹੋਊਗਾ ਇੱਥੇ ਮੁੰਬਈ ਆਉਣਾ। ਠੀਕ ਹੈ, ਹੁਣ ਇਸੇ ਤਰੀਕੇ ਦੇ ਨਾਲ ਬਲੈਂਕਸਿਸ ਮੋਲਡ ਕੀਤੀਆਂ ਹੁੰਦੀਆਂ। ਓਕੇ, ਇਹਦੇ ਵਿੱਚ ਤੁਸੀਂ ਇਹ ਵੀ ਧਿਆਨ ਰੱਖਦੇ ਹੋ ਵੀ ਜਿਹੜਾ ਆਨਸਰ ਤੁਸੀਂ ਫਿੱਟ ਕਰਨ ਲੱਗੇ, ਜੋ ਆਨਸਰ ਤੁਸੀਂ ਲਾਉਣ ਲੱਗੇ ਹੋ, ਉਹਦਾ ਸਿਨੋਨਿਮ ਆਲਰੇਡੀ ਤਾਂ ਨਹੀਂ ਗਿਵਨ ਕਿਤੇ ਕੁਐਸਚਨ ਦੇ ਵਿੱਚ। ਜਿੱਦਾਂ ਹੁਣ ਕੋਈ ਇੱਥੇ ਹੀ ਇਜ਼ ਮੂਵਿੰਗ ਟੂ ਆ ਰਿਹਾ, ਠੀਕ ਹੈ, ਇੱਥੇ ਵੀ ਗਿਵਨ ਹੈ ਹੀ ਇਜ਼ ਮੂਵਿੰਗ ਟੂ suppose our question given है ਸੁਪਰੀਮ ਅਜੇ ਚੰਡੀਗੜ੍ਹ a question given the giant house is place where one can dash in house। ठीक है, ਹੁਣ ਜੇ ਸਪੋਜ਼ ਮੈਂ ਇੱਥੇ ਹਾਊਸ ਵਾਲਾ ਇੱਥੇ ਦੇਖਦਾ ਪਿਆ ਹਾਂ,
ਇੱਥੇ ਮੈਂ ਦੇਖਿਆ his house is so big, ਮੈਂ ਇੱਥੇ big ਪੜਿਆ, ਇੱਥੇ ਮੈਂ big ਆਂਸਰ ਲਿਖਿਆ, ਉਹ ਗਲਤ ਹੋ ਜਾਊਗਾ ਕਿਉਂਕਿ ਉਹਦਾ ਸਿਨੋਨਿਮ big ਦਾ ਆਲਰੇਡੀ ਇੱਥੇ ਗਿਵਨ ਹੈ giant। ਠੀਕ ਹੈ, ਜਦੋਂ ਵੀ ਕੋਈ ਵੀ ਆਂਸਰ ਲਗਾਉਣ ਲੱਗੋਗੇ, ਜੋ ਵੀ ਆਂਸਰ ਦੇਖਣਾ, ਇੱਥੇ ਆਂਸਰ ਫਿਲ ਕਰਨ ਤੋਂ ਪਹਿਲਾਂ ਪੂਰੀ ਸਟੇਟਮੈਂਟ 'ਚ ਦੇਖ ਲੈਣਾ ਵੀ ਜਿਹੜਾ ਆਂਸਰ ਆ ਉਹਦਾ ਸਿਨੋਨਿਮ ਨਹੀਂ ਗਿਵਨ, ਕੋਈ ਉਹਦਾ ਐਂਟੋਨਿਮ ਤੇ ਨਹੀਂ ਗਿਵਨ ਸਟੇਟਮੈਂਟ ਦੇ ਵਿੱਚ। ਕਲੀਅਰ ਹੈ ਸਾਰਿਆਂ ਨੂੰ? ਯੈਸ ਸਰ। ਹੁਣ ਫਲੋ ਚਾਰਟ ਵਾਲਾ ਦੇਖਦੇ ਹਾਂ। ਆ ਗਿਵਨ ਆ, ਇਦਾਂ ਦਾ ਹੁੰਦਾ ਫਲੋ ਚਾਰਟ। ਆ ਵੀ ਬਲੈਂਕਸਿਸ ਹੀ ਆ, ਉੱਪਰ ਇੱਕ ਹੈਡਿੰਗ ਗਿਵਨ ਹੋਊਗਾ, ਹਾਊ ਅ ਕੈਲੋਰੀ ਰਿਸਟ੍ਰਿਕਸ਼ਨ ਮੈਮੈਟਿਕ ਵਰਕਸ, ਉਹਦੀ ਵਰਕਿੰਗ ਦੱਸੀ ਆ, ਕੋਈ ਕੈਲੋਰੀ ਰਿਸਟ੍ਰਿਕਸ਼ਨ ਮੈਮੈਟਿਕ ਕੋਈ ਦਵਾਈ ਹੋਊਗੀ, ਠੀਕ ਆ, ਵੀ ਉਹ ਕਿਸ ਤਰੀਕੇ ਨਾਲ ਵਰਕ ਕਰਦੀ ਹੈ। ਉੱਪਰ ਉਹਦਾ ਨੇਮ ਗਿਵਨ ਆ, ਲੈਸ ਡੈਸ਼ ਇਜ਼ ਪ੍ਰੋਡਿਊਸ, ਜੇ ਇਹ ਚੀਜ਼ ਘੱਟ ਪ੍ਰੋਡਿਊਸ ਹੋਊਗੀ ਫਿਰ ਉਹਦੇ ਨਾਲ ਪ੍ਰੋਡਕਸ਼ਨ ਆਫ ATP ਇਜ਼ ਡਿਕਰੀਜ਼, ਉਹ ਜਿਹੜੀ ਪ੍ਰੋਡਕਸ਼ਨ ਉਹਦੀ ਘੱਟ ਹੋਊਗੀ। ਉਸ ਤੋਂ ਬਾਅਦ ਅੱਗੇ ਦੋ ਅਲੱਗ-ਅਲੱਗ ਥਿਊਰੀਜ਼ ਗਿਵਨ ਹੈ, ਉਹਨਾਂ ਦੇ ਫਿਰ ਅਲੱਗ-ਅਲੱਗ ਆਂਸਰਸ ਗਿਵਨ ਆ ਹੁੰਦੇ ਆ। ਪ੍ਰੋਸੈਸਿੰਗ ਵਰਕਿੰਗ ਜਿਹੜੀ ਇਹਨੂੰ ਕਹਿੰਦੇ ਆ। ਹੁਣ ਇਹਦੇ ਵਿੱਚ ਜਿਹੜੇ ਆ ਇਹ ਆਲਮੋਸਟ ਸਾਰੇ ਸੀਕੁਐਂਸ ਵਾਈਜ਼ ਹੀ ਹੋਣਗੇ। ਇਹਨਾਂ ਦੇ ਵਿੱਚ ਵੀ ਸੇਮ ਈਅਰ ਵਾਲੀ ਜਾਂ ਫਿਰ ਕੋਈ ਸਪੈਸ਼ਲ ਨੇਮ ਵਾਲੀ। ਹੁਣ ਜਿੱਦਾਂ ਇਸ ਕੇਸ ਦੇ ਵਿੱਚ ਗਿਵਨ ਸੀ ਉੱਤੇ ATP, ਠੀਕ ਹੈ, ATP ਦੀ ਜਿਹੜੀ ਪ੍ਰੋਡਕਸ਼ਨ ਆ ਉਹ ਘਟ ਜੂਗੀ। ਆਪਾਂ ਇੱਥੋਂ ਸਟਾਰਟ ਕਰ ਸਕਦੇ ਹਾਂ ਜੇ ਨਹੀਂ ਲੱਭਦਾ ਪਿਆ। ਸਭ ਤੋਂ ਦਾ ਬੈਸਟ ਮੈਥਡ ਆ ਹੈਡਿੰਗ ਤੋਂ ਸਟਾਰਟ ਕਰਨ ਦੀ, ਯਾਨੀ ਕਿ ਇਹਦਾ ਹੈਡਿੰਗ ਹਮੇਸ਼ਾ ਗਿਵਨ ਹੋਊਗਾ ਕੋਈ ਨਾ ਕੋਈ। ਜਿੱਦਾਂ ਇੱਥੇ ਗਿਵਨ ਸੀ ਕੈਲੋਰੀ ਰਿਸਟ੍ਰਿਕਸ਼ਨ ਮੈਮੈਟਿਕ ਡਾਈਟ, ਕੈਲੋਰੀ ਰਿਸਟ੍ਰਿਕਸ਼ਨ ਮੈਮੈਟਿਕ ਵਰਕ ਕਿੱਦਾਂ ਕਰਦੀ ਆ, ਉਹ ਹੈਡਿੰਗ ਗਿਵਨ ਸੀ। ਹੁਣ ਜਿੱਥੋਂ ਇਹ ਹੈਡਿੰਗ ਆਊਗਾ 4th ਪੈਰਾਗ੍ਰਾਫ 'ਚ ਆਵੇ, 6th ਪੈਰਾਗ੍ਰਾਫ 'ਚ ਆਵੇ, 7th 'ਚ ਆਵੇ, ਉੱਥੋਂ ਹੀ ਇਹ ਬਲੈਂਕ ਸਟਾਰਟ ਹੋਣੀ ਆ। ਪਹਿਲਾਂ ਬਲੈਂਕ ਸਾਨੂੰ ਪੜ੍ਹਨ ਦੀ ਲੋੜ ਹੀ ਨਹੀਂ ਆਵੇਗੀ। ਇਹਦੇ ਵਿੱਚ ਵੀ ਫਿਰ ਗ੍ਰਾਮਰ ਵਾਲਾ ਧਿਆਨ ਰੱਖਣਾ ਪੈਣਾ। ਇਹਦੇ ਵਿੱਚ ਜਿੱਦਾਂ ਆਪਸ਼ਨਸ ਦੇ ਵਿੱਚ ਰੱਖਦੇ ਸੀ ਮੋਸਟਲੀ ਇਹਦੇ ਵਿੱਚ ਐਗਜ਼ੈਕਟ ਵਰਡਸ ਆ ਜਾਂਦੇ ਆ, ਬਟ ਆਪਾਂ ਫਿਰ ਵੀ ਇਹਦਾ ਖਿਆਲ ਰੱਖਣਾ ਥੋੜਾ ਬਹੁਤ। ਇਹ ਸਾਰੀਆਂ ਬਲੈਂਕਸਿਸ ਦੀ ਟਾਈਪ ਦੀਆਂ ਤੁਹਾਡੀਆਂ ਦੁਬਾਰਾ ਵੇਖ ਲੈਣੇ ਇਹਨਾਂ ਨੂੰ ਇੱਕ ਵਾਰੀ। ਸਿੰਪਲ ਬਲੈਂਕਸਿਸ ਆਉਂਦੀਆਂ ਮੀਨਿੰਗ ਸਮਝ ਕੇ ਪੂਰੀ ਬਲੈਂਕਸ ਦਾ ਫਿਰ ਕਰਨਾ ਪੈਣਾ ਵਾ। ਇਨ ਕੇਸ ਤੁਹਾਡੇ ਕੋਲ ਟਾਈਮ ਘੱਟ ਆ ਤੁਸੀਂ ਕੋਈ ਪ੍ਰੋਪਰ ਨਾਮ, ਕੋਈ ਨਾਮ, ਕੋਈ ਈਅਰ, ਕਿਸੇ ਪਲੇਸ ਦਾ ਨਾਮ ਲੱਭ ਕੇ, ਥਰਡ ਬਲੈਂਕਸ ਮੈਨੂੰ ਲੱਭ ਗਈ ਉਹ ਵਾਲੀ, ਥਰਡ ਬਲੈਂਕਸ ਮੈਂ ਲੱਭ ਕੇ ਜਿਹੜੇ ਪੈਰਾਗ੍ਰਾਫ 'ਚ 1982 ਥਰਡ ਬਲੈਂਕਸ 'ਚ ਲਿਖਿਆ ਹੋਇਆ ਤੇ ਮੈਂ 1982 ਵਾਲਾ ਪੈਰਾਗ੍ਰਾਫ ਲੱਭਣਾ, ਉਹ ਬਲੈਂਕ ਸੋਲਵ ਕਰਕੇ ਉਸ ਤੋਂ ਪਹਿਲਾਂ ਪਹਿਲੀਆਂ ਦੋ ਕਰ ਲੈਣੀਆਂ, ਫਿਰ ਬਾਅਦ 'ਚ ਥੱਲੇ ਵਾਲੀਆਂ ਕਰ ਲੈਣੀਆਂ। ਜਦੋਂ ਆਪਸ਼ਨ ਵਾਲੀਆਂ ਬਲੈਂਕਸਿਸ ਆਉਂਦੀਆਂ, ਆਪਸ਼ਨ ਵਾਲੀਆਂ ਬਲੈਂਕਸਿਸ ਵਿੱਚ ਸਭ ਤੋਂ ਪਹਿਲਾਂ ਦੇਖਣਾ ਵੀ ਜਿਹੜੀ ਫਾਰਮ ਤੇ ਨਹੀਂ ਚੇਂਜ ਹੋਈ ਦੀ, ਜਿਹੜਾ ਮੈਂ ਆਂਸਰ ਲਿਖਣ ਲੱਗਾ। ਸਾਰੇ ਆਪਸ਼ਨ ਜਿੰਨੀ ਦੇਰ ਨਹੀਂ ਪੜ੍ਹ ਲੈਂਦੇ ਉਨੀ ਦੇਰ ਤੁਸੀਂ ਆਂਸਰ ਨਹੀਂ ਲਾਉਣਾ, ਚਾਹੇ ਪਹਿਲਾ ਆਪਸ਼ਨ ਹੀ ਤੁਹਾਨੂੰ ਲੱਭ ਗਿਆ ਵੀ ਉਹੀ ਬਲੈਂਕਸ ਦਾ ਆਂਸਰ ਹੈ, ਬਟ ਫਿਰ ਵੀ ਜਿੰਨੀ ਦੇਰ ਸਾਰੇ ਨਹੀਂ ਪੜ੍ਹ ਲੈਂਦੇ ਉਨੀ ਦੇਰ ਨਹੀਂ ਲਾਉਣਾ। ਰੀਜ਼ਨ ਕਿ ਉਹਦੀ ਫਾਰਮ ਚੇਂਜ ਕੀਤੀ ਹੋ ਸਕਦੀ ਆ, ਉਹਦਾ ਸਿਨੋਨਿਮ ਐਡ ਆਨ ਕੀਤਾ ਹੋ ਸਕਦਾ, ਉਹਦੇ ਐਂਟੋਨਿਮ ਐਡ ਆਨ ਕੀਤਾ ਹੋ ਸਕਦਾ। ਆਪਾਂ ਅਕੋਰਡਿੰਗ ਟੂ ਦ ਕੁਐਸਚਨ ਉਹਦੀ ਗ੍ਰਾਮਰ ਦੇਖ ਕੇ ਫਿਰ ਇੱਥੇ ਆਂਸਰ ਲਗਾਉਣਾ।
ਮੋਸਟਲੀ ਆਪਸ਼ਨ ਵਾਲੀਆਂ ਬਲੈਂਕਸ ਇਦਾਂ ਹੀ ਆਉਣਗੀਆਂ, ਉਹਨਾਂ ਦੀ ਫਾਰਮ ਚੇਂਜ ਕੀਤੀ ਹੋਊਗੀ। ਫਾਰਮ ਤੋਂ ਬਾਅਦ ਉਹਨਾਂ ਦੇ ਸਿਨੋਨਿਮਸ ਵਾਲੇ ਹੁੰਦੇ, ਇਹ ਦੋ ਟਾਈਪਸ ਬਹੁਤ ਕਾਮਨ ਨੇ, ਫਾਰਮ ਚੇਂਜ ਤੇ ਸਿਨੋਨਿਮਸ ਵਾਲੇ। ਫਿਰ ਲਾਸਟ ਤੇ ਆਉਂਦੇ ਫਲੋ ਚਾਰਟ ਵਾਲੀਆਂ ਬਲੈਂਕਸ। ਫਲੋ ਚਾਰਟ ਦੇ ਵਿੱਚ ਮੋਸਟਲੀ ਸਾਰੀਆਂ ਸੀਕੁਐਂਸ ਵਾਈਜ਼ ਹੀ ਗਿਵਨ ਹੋਣਗੀਆਂ। ਇਹਦੇ ਵਿੱਚ ਵੀ ਕੋਈ ਈਅਰ ਤੇ ਨੇਮ ਵਾਲਾ ਆਪਾਂ ਲੱਭ ਸਕਦੇ ਹਾਂ। ਸਭ ਤੋਂ ਇੰਪੋਰਟੈਂਟ ਪਾਰਟ ਹੈ ਇਹਦੇ ਵਿੱਚ ਹੈਡਿੰਗ ਲੱਭਣਾ। ਹੈਡਿੰਗ ਉੱਪਰ ਕਲੀਅਰਲੀ ਗਿਵਨ ਹੁੰਦਾ ਵਾ, ਤੇ ਪੈਰਾਗ੍ਰਾਫ ਜਿੱਥੋਂ ਸਟਾਰਟ ਹੋਊਗਾ ਉਹ ਹੈਡਿੰਗ ਵੀ ਕਲੀਅਰਲੀ ਸਟੇਟ ਕਰਦਾ ਹੋਊਗਾ ਵੀ ਇੱਥੋਂ ਹੁਣ ਆਹ ਚੀਜ਼ ਸਟਾਰਟ ਹੋਣ ਲੱਗੀ ਆ, ਫਿਰ ਹੀ ਬਲੈਂਕਸਾਂ ਪੜ੍ਹਨ ਦੀ ਲੋੜ ਆ, ਅਦਰਵਾਈਜ਼ ਪਹਿਲਾਂ ਪੜ੍ਹਨ ਦੀ ਲੋੜ ਹੀ ਨਹੀਂ ਹੈਗੀ। ਇਹਦੇ ਵਿੱਚ ਮੋਸਟਲੀ ਜ਼ਿਆਦਾਤਰ ਐਗਜ਼ੈਕਟ ਵਰਡਸ ਹੀ ਯੂਜ਼ ਹੁੰਦੇ ਆ, ਜਿੱਦਾਂ ਉੱਥੇ ਵਰਡ ਪਿੱਛੇ ਗਿਵਨ ਹੋਊਗਾ ਉਦਾਂ ਹੀ ਇੱਥੇ ਐਗਜ਼ੈਕਟ ਵਰਡਸ ਆ ਜਾਂਦੇ। ਇਹ ਸਾਰੀਆਂ ਬਲੈਂਕਸ, ਕੋਈ ਡਾਊਟ ਤੇ ਨਹੀਂ ਇਹ ਚੋਂ ਕਿਸੇ ਨੂੰ ਬਲੈਂਕਸ ਦੇ ਵਿੱਚੋਂ? ਨੋ ਸਰ। ਮੈਂ ਐਕਸਰਸਾਈਜ਼ ਸੈਂਡ ਕਰਨ ਲੱਗਾ ਵਾਂ, ਆ ਫਲੋ ਚਾਰਟ ਵਾਲੀ ਸੈਂਡ ਕਰੂੰਗਾ, ਠੀਕ ਆ? ਆ ਵੀ ਕਰੂੰਗਾ ਤੇ ਆ ਵੀ ਕਰੂੰਗਾ। ਫਲੋ ਚਾਰਟ ਵਾਲੀ ਤੁਸੀਂ ਹੁਣੇ ਕਰਨੀ ਆ ਵਿਦਿਨ 10 ਮਿੰਟਸ। 3 ਬਲੈਂਕਸ ਆ, ਠੀਕ ਆ? ਤੇ ਛੋਟਾ ਜਿਹਾ ਪੈਸੇਜ ਆ, 5 ਤੋਂ 10 ਮਿੰਟ ਲਾਓ ਤੇ ਬਲੈਂਕਸ ਸੋਲਵ ਕਰੋ। ਆਹ ਵਾਲੀਆਂ ਜਿਹੜੀਆਂ ਦੋ ਮੈਂ ਸੈਂਡ ਕਰ ਦਿੰਦਾ, ਬਟ ਇਹਨਾਂ ਨੂੰ ਸੋਲਵ ਬਾਅਦ ਚ ਕਰਨਾ, ਉਸ ਤੋਂ ਪਹਿਲਾਂ ਆਪਾਂ ਕਲਾਸ ਲਗਾ ਲਾਂਗੇ ਨੈਕਸਟ। ਤੇ ਸਰ ਬਾਅਦ ਫਿਰ ਜਦੋਂ ਬੰਦ ਕਰ ਦਿੰਦੇ ਮੇਰੀ ਕਲਾਸ ਫਿਰ ਲੱਗਦੀ ਨਹੀਂ ਆ। ਲੱਗੂਗੀ, ਮੈਂ ਦੁਬਾਰਾ ਸਟਾਰਟ ਹੋਣੀ ਨਾ।